ਕਲੇਰ ਸਾਹਿਬ ਤੁਸੀਂ ਵਿਕਟਿਮ ਵਾਲੀ ਗੱਲ ਕਹਿ ਰਹੇ ਸੀ, ਕਹਿੰਦੇ ਵਿਕਟਿਮ ਹੈਗੇ ਆ, ਤੁਸੀਂ ਕਿਉਂ ਨਹੀਂ ਦੇਖ ਪਾ ਰਿਹਾ ਅਕਾਲੀ ਦਲ ਇਸ ਚੀਜ਼ ਨੂੰ? ਗੌਰਵ ਜੀ, ਪੰਜਾਬ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕੇਂਦਰ ਦੇ ਉਲਟ ਸਰਕਾਰ ਹੋਵੇ। ਉਰੇ ਸਦਾ ਹੀ ਇਹ ਕੁਝ ਚੱਲਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਰੇ ਸਰਕਾਰ ਹੁੰਦੀ ਸੀ, ਉੱਪਰ ਕੇਂਦਰ 'ਚ ਕਾਂਗਰਸ ਦੀ ਸਰਕਾਰ ਹੁੰਦੀ ਸੀ। ਸਰਕਾਰਾਂ ਕੇਂਦਰ ਸਰਕਾਰ ਨੇ ਤੋੜੀਆਂ ਵੀ ਨੇ, ਇੰਦਰਾ ਗਾਂਧੀ ਨੇ ਉਰੇ ਬਹੁਤ ਸਰਕਾਰਾਂ ਤੋੜੀਆਂ ਨੇ ਅਕਾਲੀ ਦਲ ਦੀਆਂ। ਐਮਰਜੈਂਸੀ ਵੀ ਲਾਈ ਹੈ ਦੇਸ਼ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਵੀ ਲੜਾਈ ਲੜੀ ਹੈ। ਲੜਾਈਆਂ ਹੁੰਦੀਆਂ ਨੇ ਉਹ ਜਿਹੜੀਆਂ ਸਿਧਾਂਤਾਂ ਤੇ ਲੜੀਆਂ ਜਾਂਦੀਆਂ ਨੇ। ਇਹ ਜਿਹੜੀਆਂ ਲੜਾਈਆਂ ਪੰਜਾਬ ਦੇਖ ਰਿਹਾ, ਇਹ ਤਾਂ ਦਿੱਲੀ ਦਾ ਫੇਲ ਮਾਡਲ ਵਾਲੀ ਦੇਖ ਰਿਹਾ ਕਿ ਗਵਰਨਰ ਸਾਹਿਬ ਦੇ ਨਾਲ ਇਹ ਛੋਟੀਆਂ ਗੱਲਾਂ ਤੇ ਜਿਹੜਾ ਰਿਫਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ 'ਚ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਹੋ ਰਿਹਾ ਪੰਜਾਬੀਆਂ ਦਾ। ਬੇਇੱਜ਼ਤ ਕੌਣ ਹੋ ਰਿਹਾ? ਬੇਇੱਜ਼ਤ ਹੋ ਰਹੀਆਂ ਨੇ ਪੰਜਾਬ ਦੀਆਂ ਸਤਿਕਾਰਤ ਸ਼ਖਸੀਅਤਾਂ, ਜਿੱਦਾਂ ਡਾਕਟਰ ਵੰਡ, ਫਿਰ ਡਾਕਟਰ ਇਹ ਜਿਹੜੇ ਗੋਸਲ ਸਾਹਿਬ ਨੇ, ਸਾਇੰਟਿਸਟ ਨੇ ਐਡੇ ਮਸ਼ਹੂਰ। ਸੋ ਇਹ ਜਿਹੜੀ ਸਿਆਸਤ ਛੋਟੇ ਲੈਵਲ ਦੀ ਕੀਤੀ ਜਾ ਰਹੀ ਹੈ, ਇਹਦੇ ਅਸੀਂ ਅਗੇਂਸਟ ਹਾਂ। ਆਮ ਆਦਮੀ ਪਾਰਟੀ ਚੋਣਾਂ ਨੂੰ ਦੇਖਦੇ ਹੋਏ ਜਿਹੜੇ ਡਰਾਮੇ ਨੇ ਸਦਾ ਹੀ ਕਰਦੇ ਆਏ ਨੇ, ਦਿੱਲੀ 'ਚ ਵੀ ਕਰਦੇ ਨੇ, ਔਰ ਹੁਣ ਪੰਜਾਬ ਨੂੰ ਇਹਨਾਂ ਨੇ ਉਸੇ ਚੀਜ਼ ਦਾ ਰੱਸਾ ਖੁਸ਼ੀ ਦਾ ਪਲੇਟਫਾਰਮ ਬਣਾ ਲਿਆ। ਸੋ ਸਾਡੀ ਇਹ ਬੇਨਤੀ ਹੈ ਕਿ ਜਦੋਂ ਵੱਡੇ ਇਸ਼ੂਜ਼ ਆਉਂਦੇ ਨੇ ਉੱਥੇ ਚੁੱਪ ਹੋ ਜਾਂਦੇ ਨੇ, ਜਦੋਂ ਕੇਂਦਰ ਪੰਜਾਬ ਦੇ ਵਿੱਚ ਅੱਧਾ ਆ ਕੇ ਵੜ ਜਾਂਦਾ ਹੈ ਉੱਥੇ ਚੁੱਪ ਹੋ ਜਾਂਦੇ ਨੇ। ਸਿਰਫ ਜਿਹੜੇ ਇਹ ਰਾਜਨੀਤਿਕ ਇਸ਼ੂ ਨੇ ਇਹਨਾਂ ਨੂੰ ਇਹ ਪੂਰਾ ਬਣਾਉਂਦੇ ਨੇ। ਨਹੀਂ, ਅੱਜ ਹੁਣ ਇੱਕ ਸਵਾਲ ਦਾ ਜਵਾਬ ਦੇ ਦੇਣ ਕਿ ਜਦੋਂ ਚਾਂਸਲਰ ਨੇ ਗਵਰਨਰ ਸਾਹਿਬ ਕੋਲੇ ਪੈਨਲ ਭੇਜਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਅਰਜ਼ ਹੈ? ਜੋ ਰੂਲਸ ਪ੍ਰੋਵਾਈਡ ਕਰਦੇ ਨੇ। ਡਾਕਟਰ ਵੌਂਡਰ ਦੀ ਨਿਯੁਕਤੀ 'ਚ ਵੀ ਪੈਨਲ ਨਹੀਂ ਭੇਜਿਆ ਗਿਆ, ਅੱਜ ਗੋਸਲ ਸਾਹਿਬ ਦੀ ਨਿਯੁਕਤੀ ਦੇ ਵਿੱਚ ਪੈਨਲ ਨਹੀਂ ਭੇਜਿਆ ਗਿਆ। ਸੋ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਰੋਕਦੀ ਹੈ ਇਹ ਕੰਮ ਕਰਨ ਤੋਂ? ਕਿਉਂਕਿ ਜਾਂ ਤਾਂ ਇਹ ਕੁਝ ਗਲਤ ਕਰਦੇ ਨੇ ਜਾਂ ਫਿਰ ਗਵਰਨਰ ਸਾਹਿਬ ਨੂੰ ਸੁਪਰਸੀਡ ਕਰਨਾ ਚਾਹੁੰਦੇ ਨੇ। ਇਹ ਬਿਹਤਰ ਦੱਸ ਸਕਦੇ ਨੇ। ਤੁਸੀਂ ਦੇਖੋ, ਇਸ ਤੋਂ ਪਹਿਲਾਂ ਮੈਂ ਛੋਟੀ ਜੀ ਗੱਲ ਕਰੂੰਗਾ। ਜਿਹੜਾ ਸੈਸ਼ਨ ਦਾ ਡਿਸਪਿਊਟ ਸੀ ਉਹ ਆਪਾਂ ਸਾਰਿਆਂ ਨੇ ਦੇਖਿਆ, ਬੇਵਜ੍ਹਾ ਖੜਾ ਕੀਤਾ। ਗਵਰਨਰ ਸਾਹਿਬ ਨੂੰ ਤੁਸੀਂ ਕੋਈ ਹੋਰ ਗੱਲ ਦੱਸ ਕੇ ਸੈਸ਼ਨ ਕਿਸੇ ਹੋਰ ਗੱਲ ਤੇ ਚਲਾਉਣਾ ਚਾਹੁੰਦੇ ਹੋ ਜਿਹਨੂੰ ਸੰਵਿਧਾਨ ਦੀ ਇਜਾਜ਼ਤ ਦਿੰਦਾ, ਕਿਉਂਕਿ ਮੈਜੋਰਿਟੀ ਪ੍ਰੂਵ ਕਰਨ ਨੂੰ ਗਵਰਨਰ ਸਾਹਿਬ ਨੇ ਕਹਿਣਾ ਸੀ, ਉਹਨਾਂ ਨੇ ਕਿਹਾ ਨਹੀਂ, ਇਹ ਇਕੱਲੇ ਹੀ ਤੁਰ ਪਏ ਮੈਜੋਰਿਟੀ ਪ੍ਰੂਵ ਕਰਨ। ਔਰ ਪੰਜਾਬ ਦਾ ਕਰੋੜਾਂ ਰੁਪਈਆ ਸਿਰਫ ਇਸ ਗੱਲ ਤੇ ਬਰਬਾਦ ਹੋਇਆ ਕਿ ਜੀ ਸਾਡੇ ਐਮਐਲਏ ਨੂੰ ਕੋਈ ਖਰੀਦ ਰਿਹਾ, ਜਦਕਿ ਹੋਰ ਇੰਪੋਰਟੈਂਟ ਇਸ਼ੂਜ਼ ਇਨਕਲੂਡਿੰਗ ਐਸਵਾਈਐਲ ਇਹਨੇ ਛੂਏ ਤੱਕ ਨਹੀਂ। ਜਿਹੜੀ ਪੋਲਿਟਿਕਸ ਕਰਦੇ ਨੇ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ। ਸੰਘੇੜਾ ਸਾਹਿਬ, ਸਿੱਧਾ ਜਿਹਾ ਸਵਾਲ ਹੈ ਜੋ ਤੁਹਾਡੇ ਵਿਰੋਧੀ ਇਸ ਸਮੇਂ ਬੈਠ ਕੇ ਪੁੱਛ ਰਹੇ ਨੇ। ਕਹਿੰਦੇ ਜੇ ਇੱਕ ਪ੍ਰੋਸੈਸ ਬਣਿਆ ਹੋਇਆ ਤਾਂ ਉਸ ਨੂੰ ਫੋਲੋ ਕਰਨ ਦੇ ਵਿੱਚ ਇਤਰਾਜ਼ ਕੀ ਹੈ? ਸਿੱਧੀ ਜੀ ਗੱਲ ਹੈ ਕਿ ਜੇ ਇੱਕ ਪੈਨਲ ਭੇਜ ਦਿੱਤਾ ਜਾਂਦਾ ਤਾਂ ਫਿਰ ਪ੍ਰੋਬਲਮ ਕੀ ਸੀ? ਮੈਂ ਗੌਰਵ ਜੀ ਇੱਕ ਗੱਲ ਕਹਿਣੀ ਚਾਹੁੰਦਾ, ਲੱਦੜ ਸਾਹਿਬ ਵੀ ਸਿਆਸਤ ਕਰਨ ਲੱਗ ਗਏ ਆ ਔਰ ਅਰਸ਼ਦੀਪ ਜੀ ਵੀ ਆਪਣਾ ਖੜਿਆਲ ਜੀ ਔਰ ਕਲੇਰ ਸਾਹਿਬ, ਹਾਂਜੀ ਕਲੇਰ ਸਾਹਿਬ ਵੀ ਸਿਆਸਤ ਕਰਨ ਲੱਗ ਗਏ ਆ। ਪਿਛਲੀਆਂ ਗੱਲਾਂ ਕਰਨ ਲੱਗ ਗਏ ਦੂਸਰੀਆਂ ਵੀ, ਜਿਹਨਾਂ ਦੇ ਅਸੀਂ ਜਵਾਬ ਪਹਿਲਾਂ ਦੇ ਚੁੱਕੇ ਹਾਂ। ਸਾਡੇ ਤੇ ਉਹ ਲੱਗਦੀਆਂ ਹੀ ਨਹੀਂ ਹੈ। ਮੈਂ ਕਲੀਅਰ ਕੱਟ ਦੱਸ ਚੁੱਕਾ ਹਾਂ, ਜੇ ਇਹ 'ਚ ਵਿਘਨ ਬੀਜੇਪੀ ਨੇ ਜਿਹੜੇ ਗਵਰਨਰ ਸਾਹਿਬ ਨਿਯੁਕਤ ਕੀਤੇ ਹੋਏ ਆ ਉਹ ਕਰ ਰਹੇ ਆ। ਪਹਿਲਾਂ ਵੀ ਵਿਘਨ ਉਹਨਾਂ ਨੇ ਪਾਇਆ। ਦੇਖੋ, ਜਿਹੜਾ ਇਹਨਾਂ ਨੇ ਇਹ ਗੱਲ ਸੈਸ਼ਨ ਦੀ ਕੀਤੀ ਆ, ਸੈਸ਼ਨ ਦੀ ਪ੍ਰਵਾਨਗੀ ਕਿਹਨਾਂ ਨੇ ਦਿੱਤੀ? ਗਵਰਨਰ ਸਾਹਿਬ ਨੇ। ਉਹਦੇ 'ਚ ਕੋਈ ਇਲੀਗਲ ਗੱਲ ਨਹੀਂ ਸੀ। ਬਾਅਦ 'ਚ ਬੀਜੇਪੀ ਦਾ ਸੁਨੇਹਾ ਆ ਗਿਆ ਦਿੱਲੀੋਂ ਕਿ ਰੱਦ ਕਰ ਦਿਓ, ਫਿਰ ਉਹ ਰੱਦ ਕਰ ਦਿੱਤਾ। ਸੈਸ਼ਨ ਤਾਂ ਫਿਰ ਵੀ ਹੋਇਆ ਹੀ ਆ। ਕਾਨੂੰਨ ਜਿੱਦਾਂ ਚਾਹੁੰਦੇ ਸੀ ਉਦਾਂ ਅਸੀਂ ਚਿੱਠੀ ਭੇਜਤੀ ਆ। ਸੋ ਇਹ ਉਹਦੇ 'ਚ ਕੋਈ ਇਹ ਵੀ ਨਹੀਂ ਲਿਖਿਆ ਕਿਤੇ ਕਿ ਇਸ ਤਰ੍ਹਾਂ ਤੁਸੀਂ ਨਹੀਂ ਵੋਟਿੰਗ ਕਰਵਾ ਸਕਦੇ। ਸੋ ਜਿਹੜੀ ਹੁਣ ਇਹ ਗੱਲ ਮੈਂ ਬਾਰ-ਬਾਰ ਕਿਹਾ ਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਹਿਸਾਰ ਇਹਨਾਂ ਵਾਸਤੇ ਅਲੱਗ ਐਕਟ ਹੈ। ਉਸ ਐਕਟ ਦੇ ਹਿਸਾਬ ਨਾਲ ਮੈਨੇਜਮੈਂਟ ਜਿਹੜੀ ਆ, ਬੋਰਡ ਆਫ ਮੈਨੇਜਮੈਂਟ ਹੈ, ਉਹ ਨਿਯੁਕਤੀ ਕਰਦਾ ਆ। ਜਾਂ ਮੈਨੂੰ ਦੱਸਣ ਪਹਿਲੇ ਵਾਈਸ ਚਾਂਸਲਰ ਦੀ ਕਿੱਦਾਂ ਨਿਯੁਕਤੀ ਹੋਈ ਆ। ਨਾਲੇ ਮੇਰਾ ਸਵਾਲ ਹੈ, ਮੈਨੂੰ ਦੱਸਣ ਚੰਡੀਗੜ੍ਹ ਯੂਨੀਵਰਸਿਟੀ ਦੀ ਕਿੱਦਾਂ ਨਿਯੁਕਤੀ ਹੋਈ ਆ। ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਆ ਉਹਨਾਂ ਦੀ ਕਿੱਦਾਂ ਨਿਯੁਕਤੀ ਹੁੰਦੀ ਆ। ਉੱਥੇ ਗਵਰਨਰ ਸਾਹਿਬ ਤੱਕ ਜਾਂਦੀ ਆ ਫਾਈਲ। ਹਰ ਇੱਕ ਚੀਜ਼ ਜਿਹੜੀ ਕਾਨੂੰਨ ਦੇ ਅਨੁਸਾਰ ਹੁੰਦੀ ਹੈ। ਤੁਸੀਂ ਪ੍ਰਾਈਵੇਟ ਨੂੰ ਸਰਕਾਰੀ ਨਾਲ ਕੰਪੇਅਰ ਕਰ ਰਹੇ ਹੋ? ਮੈਂ ਸਰਕਾਰੀ ਨਾਲ ਨਹੀਂ ਕਰਦਾ ਗੁਰੂ ਜੀ। ਜੇ ਮੇਰੀ ਗੱਲ ਮੈਂ ਕਿਸੇ ਪ੍ਰਾਈਵੇਟ ਮੈਂ ਉਹਨੂੰ ਥੋੜਾ ਕਲੀਅਰ ਕਰ ਦੇਣਾ। ਬਿਲਕੁਲ ਕਲੀਅਰ ਕਰ ਦਿਓ ਥੋੜਾ ਜਿਹਾ। ਮੈਂ ਕਿ 3 ਫੈਕਟਰ ਹੋ ਗਿਆ ਕਿ ਪ੍ਰਾਈਵੇਟ ਯੂਨੀਵਰਸਿਟੀ ਹੋ ਗਈ। ਇੱਕ ਯੂਨੀਵਰਸਿਟੀ ਜਿਹੜੀਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਐਕਟ ਦੇ ਨਾਲ ਨਿਯੁਕਤੀ ਹੁੰਦੀ ਆ। ਗਵਰਨਰ ਨੂੰ 3 ਬੰਦਿਆਂ ਦਾ ਪੈਨਲ ਭੇਜਣਾ ਆ। ਤੀਸਰਾ ਕੈਟਾਗਰੀ ਹੋ ਗਈ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਦੇ ਐਕਟ 1970 ਵਾਲਾ, ਉਹਦੇ ਅਨੁਸਾਰ ਨਿਯੁਕਤੀ। ਇਹ ਨਿਯੁਕਤੀਆਂ ਉਸ ਐਕਟ ਦੇ ਅਨੁਸਾਰ ਨਿਯੁਕਤੀਆਂ ਹੋਈਆਂ। ਇਹ ਉਹਨੂੰ ਦੂਸਰੇ ਨਾਲ ਕਨਫਿਊਜ਼ ਕਰ ਰਿਹਾ। ਮੈਂ ਹੋਰ ਕਲੀਅਰ ਤੁਹਾਨੂੰ ਸਵਾਲ ਪੁੱਛਦਾ। ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ ਕੋਈ ਪੈਨਲ ਭੇਜਣ ਦੀ ਜ਼ਰੂਰਤ ਨਹੀਂ ਹੈ ਐਗਰੀਕਲਚਰ ਯੂਨੀਵਰਸਿਟੀ ਦੇ ਲਈ। ਕਲੀਅਰ ਇਹੀ ਕਹਿ ਰਹੇ ਹੋ ਤੁਸੀਂ? ਬਿਲਕੁਲ ਬਿਲਕੁਲ ਇਹੀ ਹੈ। ਮੈਂ ਇਹੀ ਕਹਿ ਰਿਹਾ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਈ। ਇਹ ਲੱਦੜ ਸਾਹਿਬ ਕਿਉਂ ਨਹੀਂ ਜਵਾਬ ਦਿੰਦੇ ਕਿ ਗਵਰਨਰ ਸਾਹਿਬ ਨੇ ਬਿਨਾ ਮਿਸਲ ਦੇਖਣ ਤੋਂ, ਬਿਨਾ ਕਾਗਜ਼ ਜਵਾਬ ਲੈਣ ਤੋਂ ਖੜਿਆਲ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ। ਲੱਦੜ ਸਾਹਿਬ ਰਿਐਕਟ ਕਰ ਦਿਓ। ਚਿੱਠੀ ਉਹ ਦਿੱਲੀ ਤੁਸੀਂ ਕਿਹੜੇ ਕਾਨੂੰਨ ਦਾ ਹਵਾਲਾ ਦੇ ਰਹੇ ਹੋ? ਹੈੱਡਕੁਆਰਟਰ 'ਚ ਡਰਾਫਟ ਹੋਈ ਆ। ਤੁਸੀਂ ਲੱਦੜ ਸਾਹਿਬ ਕਿਹੜੇ ਕਾਨੂੰਨ ਦਾ ਹਵਾਲਾ ਦੇ ਰਹੇ ਹੋ? ਦੇਖੋ, ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਕਿ 3 ਕੈਟਾਗਰੀਜ਼ ਨੇ ਔਰ ਇਹ ਉਹ ਕੈਟਾਗਰੀ ਹੈ ਜਿਸ ਦੇ ਵਿੱਚ ਕੋਈ ਯੂਜੀਸੀ ਵਾਲਾ ਕੋਈ ਪੈਨਲ ਨਹੀਂ ਭੇਜਣਾ ਹੁੰਦਾ, ਡਾਇਰੈਕਟਲੀ ਅਪਾਇੰਟਮੈਂਟ ਹੁੰਦੀ ਹੈ ਵੀਸੀ ਦੀ।
ਆਪਣਾ ਗੌਰਵ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਹੈਗਾ ਆ ਕਿ ਆਪਣਾ ਸੰਘੇੜਾ ਜੀ ਕਨਫਿਊਜ਼ ਕਰ ਰਹੇ ਆ, ਵਿੱਚੇ ਪ੍ਰਾਈਵੇਟ ਯੂਨੀਵਰਸਿਟੀਆਂ ਲੈ ਆਂਦੇ ਆ, ਵਿੱਚੇ ਦੂਜੀਆਂ। ਅਸੀਂ ਗੱਲ ਪੀਏਯੂ ਦੀ ਕਰ ਰਹੇ ਆ। ਪੀਏਯੂ ਦੀ ਯੂਨੀਵਰਸਿਟੀ ਦਾ ਜਿਹੜਾ 1970 ਦਾ ਐਕਟ ਹੈ ਉਹ ਪਾਰਲੀਮੈਂਟ ਨੇ ਇਨੈਕਟ ਕੀਤਾ ਹੋਇਆ ਐਕਟ ਹੈ ਤੇ ਯੂਜੀਸੀ ਦੇ ਨਾਰਮਸ ਉੱਤੇ ਲਾਗੂ ਹੁੰਦੇ ਆ। ਔਰ ਚਾਂਸਲਰ ਜੋ ਹੈਗੇ ਆ ਉਹ ਵਿਦਨ ਹਿਸ ਪਾਵਰਸ ਹੈ ਕਿ ਉਹਨਾਂ ਨੂੰ ਅਪਾਇੰਟਮੈਂਟ ਨੂੰ ਉਹ ਆਪਣਾ ਦੇਖਣ, ਐਗਜ਼ਾਮਨ ਕਰਨ। ਪੈਨਲ ਉਹਨਾਂ ਨੂੰ ਜਾਣਾ ਚਾਹੀਦਾ ਸੀਗਾ। ਜੇ ਅੱਜ ਤੱਕ ਨਹੀਂ ਗਿਆ ਤਾਂ ਇਹਦੇ ਵਿੱਚ ਗਵਰਨਰ ਸਾਹਿਬ ਦਾ ਕੋਈ ਕਸੂਰ ਨਹੀਂ ਹੈਗਾ। ਉਹ ਬਿਲਕੁਲ ਆਪਣਾ, ਚਾਹੇ ਉਹ ਨਿਯੁਕਤੀ ਆਪਣੀ ਹੈਲਥ ਯੂਨੀਵਰਸਿਟੀ ਦੀ ਹੋਵੇ ਚਾਹੇ ਪੀਏਯੂ ਦੀ ਹੋਵੇ, ਐਸ ਲੌਂਗ ਐਸ ਗਵਰਨਰ ਇਜ਼ ਦਾ ਚਾਂਸਲਰ ਹੀ ਹੈਜ਼ ਐਵਰੀ ਰਾਈਟ ਟੂ ਲੁੱਕ ਇਨਟੂ ਦਾ ਅਪਾਇੰਟਮੈਂਟ। ਉਹਨਾਂ ਨੂੰ ਪੈਨਲ ਭੇਜਣ ਚ ਕੀ ਹੈਗਾ? ਲੁੱਕ ਇਨਟੂ ਕਰੋ ਨਾ ਲੱਦੜ ਸਾਹਿਬ, ਲੁੱਕ ਇਨਟੂ ਕਰੋ। ਬਿਨਾਂ ਲੁੱਕ ਇਨਟੂ ਤੋਂ ਚਿੱਠੀਆਂ ਕੱਢੀ ਜਾਂਦੇ ਹੋ। ਲੁੱਕ ਇਨਟੂ ਕਰੋ ਨਾ, ਕਸੂਰ ਦੱਸੋ ਕਿੱਥੇ ਹੈ? ਕੋਈ ਇਲੀਗੈਲਿਟੀ ਨਹੀਂ ਹੈਗੀ ਉਹਦੇ ਵਿੱਚ, ਕੋਈ ਇਰੈਗੂਲਰਿਟੀ ਨਹੀਂ ਹੈਗੀ ਉਹਦੇ ਵਿੱਚ। 100% ਰਾਈਟ ਹੈ। ਜਿਵੇਂ ਆਪਣਾ ਮੁੱਖ ਮੰਤਰੀ ਜੀ ਨੂੰ ਸਹੁੰ ਤਾਂ ਗਵਰਨਰ ਸਾਹਿਬ ਨੇ ਚੁਕਾਣੀ ਹੈ, ਕੋਈ ਹੋਰ ਤਾਂ ਨਹੀਂ ਚੁਕਾ ਸਕਦਾ। ਮੈਨੂੰ ਕਿਸੇ ਨੇ ਦੱਸਿਆ ਚਿੱਠੀ ਦੀ ਲੈਂਗੁਏਜ, ਮੈਨੂੰ ਕਿਸੇ ਨੇ ਦੱਸਿਆ ਕਿ ਐਦਾਂ ਨਿਯੁਕਤੀ ਹੋਈ ਹੈ, ਇਸ ਕਰਕੇ ਮੈਂ ਨਿਯੁਕਤੀ ਰੱਦ ਕਰਦਾ ਹਾਂ। ਇਹ ਕੋਈ ਗੱਲ ਥੋੜੀ ਹੈ। ਇਹ ਕੁਐਸਚਨ ਜੁਡੀਸ਼ੀਅਲ ਆਰਡਰ ਨੇ, ਇਹ ਤੁਸੀਂ ਉਹਦਾ ਜਵਾਬ ਤਾਂ ਦੇ ਦਿਓ ਨਾ ਘੱਟੋ ਘੱਟ। ਠੀਕ ਹੈ, ਮੈਂ ਉਹਨਾਂ ਨੇ ਅਪਰੂਵਲ ਦੀ ਗੱਲ ਕੀਤੀ ਹੈ ਕਿ ਚਾਂਸਲਰ ਦੀ ਅਪਰੂਵਲ ਨਹੀਂ ਹੈਗੀ। ਨੰਬਰ 1, ਨੰਬਰ 2 ਯੂਜੀਸੀ ਦੇ ਨਾਰਮਸ ਦੇ ਮੁਤਾਬਕ ਨਹੀਂ ਹੈਗੀ ਤੇ ਆਪਾਂ ਪੈਨਲ ਉਹਨਾਂ ਨੂੰ ਭੇਜਿਆ ਹੀ ਨਹੀਂ। ਜਦੋਂ ਆਪਾਂ ਹੈਲਥ ਯੂਨੀਵਰਸਿਟੀ ਦਾ ਆਪਣਾ ਨਾਂ ਭੇਜਿਆ, ਬੰਦੇ ਦੀ ਅਪਾਇੰਟਮੈਂਟ ਕਰਦੀ, ਉਦੋਂ ਵੀ ਨਹੀਂ ਪੈਨਲ ਭੇਜਿਆ। ਦੇਖੋ ਮੈਂ ਬਹੁਤ ਸਾਰੀਆਂ ਅਪਾਇੰਟਮੈਂਟ ਕਰਵਾਉਂਦਾ ਰਿਹਾ ਬਤੌਰ ਸੈਕਟਰੀ, ਪ੍ਰਿੰਸੀਪਲ ਸੈਕਟਰੀ। ਇੱਕ ਪੈਨਲ ਬਣਦਾ ਹੈਗਾ, ਉਹਨਾਂ ਦੇ ਵਿੱਚ ਮੈਰਿਟ ਬਣਦੀ ਹੈ 1 2 3 ਔਰ ਉਹ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਜਾਂਦਾ ਆ। ਕੰਪੀਟੈਂਟ ਅਥਾਰਟੀ ਉਹਨਾਂ ਦੇ ਵਿੱਚੋਂ ਯੈਸ ਕਰਦੀ ਹੈ ਕਿ ਆਈ ਐਗਰੀ ਵਿਦ ਨੰਬਰ 1 ਔਰ 2 ਔਰ 3 ਤਾਂ ਜਾ ਕੇ ਅਪਾਇੰਟਮੈਂਟ ਇਸ਼ੂ ਹੁੰਦੀ ਹੈ। ਸੰਘੇੜਾ ਸਾਹਿਬ ਛੋਟੇ ਰਿਐਕਸ਼ਨ ਖੜਿਆਲ ਜੀ ਦਾ ਰੁਕ ਕਰ। ਇੱਕ ਲੱਦੜ ਸਾਹਿਬ, ਤੁਸੀਂ ਆਈਐਸ ਆਫੀਸਰ ਰਹੇ ਹੋ, ਬੜੇ ਕਾਬਲ ਆਫੀਸਰ ਸੀਗੇ। ਤੁਹਾਨੂੰ ਪਤਾ ਨਾ ਜਦੋਂ ਕਿਸੇ ਆਫੀਸਰ ਦੀ ਪ੍ਰਮੋਸ਼ਨ ਹੋਵੇ ਤਾਂ ਇੱਕ ਕਮੇਟੀ ਹੁੰਦੀ ਆ, ਪਹਿਲਾਂ ਉਹ ਰეკਮੈਂਡ ਕਰਦੀ ਆ, ਫਿਰ 3 ਬੰਦਿਆਂ ਦਾ ਪੈਨਲ ਬਣਦਾ ਆ। ਕੰਪੀਟੈਂਟ ਅਥਾਰਟੀ ਉਹਦੇ ਵਿੱਚੋਂ ਇੱਕ ਨੂੰ ਪ੍ਰਮੋਟ ਕਰ ਦਿੰਦੀ ਹੈ। ਪਰ ਮੈਂ ਤੁਹਾਨੂੰ ਅਦਾਲਤਾਂ ਦੇ ਫੈਸਲੇ ਦਿਖਾ ਦਿੰਨਾ, ਜਿੱਥੇ 3 ਬੰਦਿਆਂ ਦਾ ਪੈਨਲ ਨਹੀਂ ਗਿਆ, ਇੱਕੋ ਹੀ ਬੰਦਾ ਸਿੱਧਾ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ ਡੀਪੀਸੀ ਵੀ ਨਹੀਂ ਬਣਾਈ, ਉਹਦੀ ਮੀਟਿੰਗ ਵੀ ਨਹੀਂ ਹੋਈ, 3 ਬੰਦਿਆਂ ਦਾ ਪੈਨਲ ਵੀ ਨਹੀਂ ਗਿਆ ਤੇ ਮੈਰਿਟ ਤੇ ਕੰਪੀਟੈਂਟ ਅਥਾਰਟੀ ਨੇ ਬੰਦਾ ਲਗਾ ਦਿੱਤਾ ਤੇ ਉਹਦੀ ਸਮੀਖਿਆ ਇਹ ਹੋਈ ਕਿ ਵਾਕਈ ਕੰਪੀਟੈਂਟ ਸੀਗਾ ਕਿ ਨਹੀਂ ਸੀਗਾ। ਅਦਾਲਤਾਂ ਨੇ ਕੋਈ ਨਿਯੁਕਤੀ ਰੱਦ ਨਹੀਂ ਕੀਤੀ। ਨਾਲੇ ਤੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਚਲੋ ਕਿ ਫਾਈਲ ਦੇਖਣ ਤੋਂ ਪਹਿਲਾਂ ਗਵਰਨਰ ਸਾਹਿਬ ਨੇ, ਮਤਲਬ ਤੁਸੀਂ ਇਹ ਕਹਿ ਰਹੇ ਹੋ ਫਾਈਲ ਨਹੀਂ ਦੇਖੀ। ਮੈਂ ਇੱਕ ਵਾਰ ਜਵਾਬ ਲੈਣਾ ਹੈ। ਖੜਿਆਲ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਹਨ। ਖੜਿਆਲ ਸਾਹਿਬ ਨਹੀਂ ਹੋਈ। ਖੜਿਆਲ ਸਾਹਿਬ ਦੇਖੋ, ਕਾਂਗਰਸ ਵੀ ਬਹੁਤ ਮੁੱਦਈ ਹੈ ਕਿ ਜਿਹੜੀਆਂ ਸੰਘੀ ਢਾਂਚਾ ਜਿਹੜਾ ਫੈਡਰਲ ਸਿਸਟਮ ਆ ਉਹ ਮਜ਼ਬੂਤ ਹੋਣਾ ਚਾਹੀਦਾ ਹੈ। ਕਿ ਰਾਜਪਾਲ ਦੀ ਇਸ ਤਰੀਕੇ ਨਾਲ ਜੋ ਵੀ ਆਦੇਸ਼ ਨੇ ਜਾਂ ਜੋ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਇਹ ਸੰਘੀ ਢਾਂਚੇ ਦੇ ਖਿਲਾਫ ਨਹੀਂ? 100% ਨਹੀਂ, ਬਿਲਕੁਲ ਵੀ ਨਹੀਂ, ਨੇੜੇ ਤੇੜੇ ਵੀ ਨਹੀਂ। ਬਿਕੋਜ਼ ਇੱਥੇ ਫੈਡਰਲ ਢਾਂਚੇ ਦੀ ਗੱਲ ਨਹੀਂ ਹੈ ਜੀ, ਇੱਥੇ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਦੀ ਗੱਲ ਨਹੀਂ ਹੈ। ਇੱਥੇ ਸਿੰਪਲ ਜੀ ਗੱਲ ਹੈ ਵੀ ਯੂਜੀਸੀ ਸਟੇਟ ਤਾਂ ਇਹ ਕਹਿ ਰਹੀ ਹੈ ਨਾ ਕਿ ਸੈਂਟਰ ਰਾਜਪਾਲ ਦੇ ਥਰੂ ਇੰਟਰਫੇਰੈਂਸ ਕਰ ਰਿਹਾ ਹੈ, ਤਾਂ ਫਿਰ ਤਾਂ ਫੈਡਰਲ ਸਿਸਟਮ ਦੇ ਉੱਪਰ ਕੁਐਸਚਨ ਮਾਰਕ ਹੋ ਗਿਆ ਨਾ। ਇਹਦੇ ਵਿੱਚ ਮੈਂ ਐਗਜ਼ੈਕਟਲੀ ਉਹੀ ਕਹਿ ਰਿਹਾ, ਸੈਂਟਰ ਤੇ ਸਟੇਟ ਦੀ ਗੱਲ ਨਹੀਂ ਹੈ ਗੌਰਵ ਜੀ। ਇੱਥੇ ਗੱਲ ਸਿੰਪਲ ਹੈ, ਯੂਜੀਸੀ ਨਾਰਮ ਨੂੰ ਫੋਲੋ ਕਰ ਲਓ, ਸਿੰਪਲ ਇਜ਼ ਦੈਟ। ਤੁਸੀਂ ਜੇ ਨਾਰਮ ਨੂੰ ਫੋਲੋ ਕਰ ਲਓਗੇ ਨਾ ਇਹ ਇਸ਼ੂ ਬਣੂਗਾ, ਨਾ ਤੁਹਾਨੂੰ ਇਹ ਡਿਬੇਟ। ਉਹ ਕਹਿ ਰਹੇ ਕਿ ਯੂਜੀਸੀ ਨਾਰਮਸ ਐਗਰੀਕਲਚਰ ਯੂਨੀਵਰਸਿਟੀ ਦੇ ਉੱਤੇ ਇੰਪਲੀਮੈਂਟ ਨਹੀਂ ਹੋ ਰਹੇ ਪੈਨਲ ਵਾਲੇ। ਮੈਂ ਹੁਣ ਦੱਸਦਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਾਰਮ ਦੀ ਉਲੰਘਣਾ ਨਹੀਂ ਹੋਈ। ਗਵਰਨਰ ਸਾਹਿਬ ਫਾਈਲ ਦੇਖ ਕੇ ਦੱਸਣ। ਤੁਸੀਂ ਇਹ ਕਹਿ ਰਹੇ ਹੋ ਪੈਨਲ ਭੇਜਣਾ ਜ਼ਰੂਰੀ ਨਹੀਂ ਹੁੰਦਾ ਨਾ। ਮੈਂ ਤਾਂ ਉਹੀ ਕਹਿ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਪੈਨਲ ਭੇਜਣਾ ਜ਼ਰੂਰੀ ਨਹੀਂ ਹੁੰਦਾ। ਵਾਅਦਾ ਰੱਖਿਆ ਕਰੋ। ਪਹਿਲੀ ਗੱਲ ਤਾਂ ਦੇਖੋ ਜੀ, ਇਹ ਰੂਟ ਆਫ ਆਲ ਪ੍ਰੋਬਲਮਸ ਹੈ, ਤੋਂ ਡਿਬੇਟ 'ਚ ਪਤਾ ਲੱਗ ਜਾਂਦਾ ਹੈ। ਇਹ ਪ੍ਰਾਈਵੇਟ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀ ਨਾਲ ਕੰਪੇਅਰ ਕਰ ਰਹੇ ਸੀਗੇ, ਇਤੋਂ ਪਤਾ ਲੱਗ ਜਾਂਦਾ ਕਿ ਵਾਟਸ ਪ੍ਰੋਬਲਮ ਵਿਦ ਆਮ ਆਦਮੀ ਪਾਰਟੀ। ਤੁਸੀਂ ਕਰ ਰਹੇ ਹੋ, ਮੈਂ ਨਹੀਂ ਕੰਪੇਅਰ ਕੀਤਾ। ਮੈਂ ਤੈਨੂੰ ਕਹਿ ਰਿਹਾ ਕਿਹੜੀ ਯੂਨੀਵਰਸਿਟੀ ਕਿਹੜੇ ਐਕਟ ਦੇ ਇਨਕਮ ਕਰਦੀ ਹੈ। ਜਿਹੜੀ ਟੀਮ ਸੀਐਮ ਸਾਹਿਬ ਨੂੰ ਐਡਵਾਈਸ ਕਰ ਰਹੀ ਹੈ, ਉਹ ਟੀਮ ਨਾਲ ਥੋੜੀ ਗੱਲਬਾਤ ਕਰਨ ਕਿ ਇਹ ਜਿਹੜੀਆਂ ਗਲਤੀਆਂ ਵਾਰ-ਵਾਰ ਕਿਉਂ ਹੋ ਰਹੀਆਂ। 4 ਗੌਰਵ ਜੀ ਪ੍ਰੈਸੀਡੈਂਟਸ ਦੱਸਤੇ ਜਿੱਥੇ ਆਮ ਆਦਮੀ ਪਾਰਟੀ ਨੇ ਆਪਦੇ ਐਕਸਪੀਰੀਅੰਸ ਕਰਕੇ ਜਿਹੜੀਆਂ ਗਲਤੀਆਂ ਕੀਤੀਆਂ, ਇਹ ਜਗਤਾਈਆਂ ਕੀਤੀਆਂ। ਸੋ ਆਮ ਆਦਮੀ ਪਾਰਟੀ ਮੇਕ ਸ਼ੋਰ ਕਰੇ ਇਹਦੇ ਕੋਲ ਐਸੀ ਟੀਮ ਹੋਵੇ ਜਿਹਨੂੰ ਪਤਾ ਹੋਵੇ ਕਿ ਸਿਸਟਮ ਕਿਵੇਂ ਚੱਲਦਾ, ਪ੍ਰੋਸੀਜਰ ਕਿਵੇਂ ਫੋਲੋ ਹੁੰਦਾ, ਨੋਰਮਸ ਕੀ ਹੈ, ਲਾਅ ਕੀ ਹੈ। ਹੁਣ ਅਸੀਂ ਕੀ ਕਹਿ ਰਹੇ ਹਾਂ? ਜੋ ਅਸੀਂ ਕਹਿ ਰਹੇ ਹਾਂ ਉਹਦੇ ਲਈ ਪ੍ਰੈਸੀਡੈਂਟ ਵੀ ਹੈ, ਸੁਪਰੀਮ ਕੋਰਟ ਵੀ ਕਹਿ ਰਿਹਾ ਹੈ, ਉਹਦੇ ਲਈ ਪ੍ਰਾਵਧਾਨ ਵੀ ਹੈ, ਯੂਜੀਸੀ ਵੀ ਕਹਿ ਰਹੀ ਹੈ। ਲੇਕਿਨ ਆਮ ਆਦਮੀ ਪਾਰਟੀ ਦੇ ਕੋਲ ਕੋਈ ਬੈਕਿੰਗ ਹੈ ਗੌਰਵ ਜੀ? ਇਹ ਸਿਰਫ ਹਵਾਈ ਗੱਲ ਕਰ ਰਹੇ ਆ ਜੀ, ਅਸੀਂ ਐ ਕਰਨਾ ਜੀ, ਅਸੀਂ ਐ ਕਰਨਾ। ਤੁਸੀਂ ਪ੍ਰਾਵਧਾਨ ਦਾ ਦੱਸੋ
ਤੇ ਤੀਜੀ ਗੱਲ ਗੌਰਵ ਜੀ ਜ਼ਰੂਰੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਪੋਲਿਟਿਕਸ ਕਰ ਰਹੀ ਹੈ, ਬੀਜੇਪੀ, ਅਕਾਲੀ ਦਲ ਤੇ ਕਾਂਗਰਸ ਪਾਰਟੀ, ਕੱਲੀ ਆਮ ਆਦਮੀ ਪਾਰਟੀ ਸੁੱਚੀ ਸੱਚੀ ਪਾਰਟੀ ਹੈ ਜੋ ਪੋਲਿਟਿਕਸ ਕਰਨਾ ਜਾਣਦੀ ਨਹੀਂ। ਇਹਨਾਂ ਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਅੱਗੇ ਕਰੋਗੇ ਕੀ? ਗੌਰਵ ਜੀ ਹੁਣ ਇੱਥੇ ਮਸਲਾ ਕੀ ਹੈ, ਇੱਥੇ ਇੱਕ ਬੇਸਿਕਲੀ ਜਿਹੜਾ ਹੈਗਾ ਬਲੌਕ ਹੋ ਗਿਆ ਇੱਥੇ ਰਸਤਾ, ਇਹਨੂੰ ਖੋਲਣਗੇ ਕਿਵੇਂ ਆਮ ਆਦਮੀ ਪਾਰਟੀ ਵਾਲੇ? ਅੱਗੇ ਕਰਨਗੇ ਕੀ? ਕੋਰਸ ਆਫ ਐਕਸ਼ਨ ਕੀ ਹੋਗਾ? ਕੋਰਟ ਜਾਓਗੇ ਤੁਸੀਂ, ਕੋਈ ਆਪਣਾ ਧਰਨਾ ਦੋਗੇ, ਕੀ ਕਰੋਗੇ ਆਮ ਆਦਮੀ ਕਹਿੰਦੇ ਪਾਰਟੀ? ਅਸੀਂ ਨਿਯੁਕਤੀ ਅਸੀਂ ਕੋਈ ਕੈਨਸਲ ਨਹੀਂ ਕੀਤੀ, ਗੋਸਨ ਸਾਹਿਬ ਰਹਿਣਗੇ ਵੀਸੀ। ਅੱਜ ਕੁਲਦੀਪ ਧਾਲੀਵਾਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਕਲੀਅਰ। ਮੈਂ ਇਹੀ ਗੱਲ ਦੱਸਦਾ ਵੀ ਐਮਐਲਏ ਨਹੀਂ ਵੱਡਾ ਹੁੰਦਾ, ਸੁਪਰੀਮ ਕੋਰਟ ਵੱਡਾ ਹੁੰਦਾ। ਵੈਸਟ ਬੰਗਾਲ ਦਾ ਮੈਂ ਉਦਾਹਰਨ ਦੇ ਰਿਹਾ ਤੁਹਾਨੂੰ। ਵੈਸਟ ਬੰਗਾਲ ਦੇ ਵਿੱਚ ਐਸੀ ਹੀ ਚੀਜ਼ ਹੋਈ ਸੀ, ਵੀਸੀ ਦੀ ਅਪਾਇੰਟਮੈਂਟ ਹੋ ਗਈ ਸੀ ਚਾਂਸਲਰ ਦੀ ਰਜ਼ਾਮੰਦੀ ਤੋਂ ਬਗੈਰ। ਉਸ ਜਿਹੜੀ ਵੀਸੀ ਦੀ ਅਪਾਇੰਟਮੈਂਟ ਸੀ ਉਹਨੂੰ ਖਾਰਜ ਕਰ ਦਿੱਤਾ ਸੀਗਾ ਆਨਰੇਬਲ ਸੁਪਰੀਮ ਕੋਰਟ ਨੇ। ਸੋ ਮੈਂ ਚੈਲੰਜ ਕਰਦਾ ਆਮ ਆਦਮੀ ਪਾਰਟੀ ਨੂੰ ਵੀ ਜਾਓ ਤੁਸੀਂ ਕੋਰਟ ਜਾਓ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਤੁਸੀਂ ਕਿੰਨੇ ਕੁ ਪਾਣੀ ਚੋਂ। ਤੇ ਜਿੱਥੋਂ ਤੱਕ ਸੰਘੇੜਾ ਸਾਹਿਬ ਦੀ ਗੱਲ ਸੀ ਨਾ, ਜਿਹੜਾ ਆਪਣਾ ਤੰਜ ਕਸਣ ਦੀ ਕੋਸ਼ਿਸ਼ ਕਰਦੇ, ਯਾਦ ਕਰ ਲਿਆ ਕਰਨ ਵੀ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀ ਇਲਜ਼ਾਮ ਲਾ ਕੇ। ਯੂ ਟਰਨ ਲੈਣ ਦੀ ਆਮ ਆਦਮੀ ਪਾਰਟੀ ਦੀ ਆਦਤ ਹੈ, ਸਾਡੀ ਆਦਤ ਨਹੀਂ ਹੈ। ਅਸੀਂ ਜੋ ਸਟੈਂਡ ਲੈਂਦੇ ਉਹਦੇ ਨਾਲ ਖੜਦੇ ਹਾਂ। ਤੇ ਤੀਜੀ ਗੱਲ, ਸੀਐਮ ਸਾਹਿਬ ਨੇ ਤੀਜੀ ਗੱਲ, ਚੌਥੀ ਗੱਲ, ਕਿਸੇ ਰੈਲੇਵੈਂਟ ਪੁਆਇੰਟ ਦਾ ਜਵਾਬ ਦਿੱਤਾ ਤੁਸੀਂ। ਦੱਸੋ ਕਿਹੜੇ ਨੋਰਮ ਦੀ ਲੰਘਣਾ ਹੋਈ ਹੈ? ਮੈਂ ਤਾਂ ਤੁਹਾਨੂੰ ਕਹਿ ਰਿਹਾ ਪੰਜਾਬ ਦੇ ਲੋਕ, ਤੁਸੀਂ ਐਵੇਂ ਕਦੇ ਫਲਾਣੇ ਨੇ ਮਾਫੀ ਮੰਗੀ ਸੀ, ਕਦੇ ਉਹਨੇ ਮਾਫੀ ਮੰਗੀ ਸੀ। ਠੀਕ ਹੈ, ਚਲੋ। ਤੁਸੀਂ ਨੀਵੀਂ ਪਾ ਕੇ ਤੁਹਾਡੇ 70% ਬੰਦੇ ਬੀਜੇਪੀ ਦੇ ਅੰਦਰ ਨੂੰ ਜਿੱਦਾਂ ਖੁੱਡੇ ਕਰੀ ਜਾਣਾ, ਖੁੱਡੇ ਚ ਵੜ ਜਾਂਦੇ ਆ ਸਾਰੇ ਬੀਜੇਪੀ ਵੱਲ ਨੂੰ ਤੁਰੇ ਹੋਏ ਹੋ। ਸਾਨੂੰ ਮਾਫੀ ਦੱਸੀ ਜਾਂਦੇ ਹੋ। ਤੁਹਾਡਾ ਸਾਰਾ ਹੀ ਤਾਂ ਨਿਕਲ ਗਈ ਹੈ ਯਾਰ ਤੁਹਾਡੀ ਪਾਰਟੀ ਨੂੰ। ਖੜਿਆਲ ਸਾਹਿਬ, ਤੁਹਾਡੀ ਪਾਰਟੀ ਨੂੰ ਬੀਜੇਪੀ ਨਿਕਲ ਗਈ ਆ। ਸਾਡੇ ਰਾਸ਼ਟਰੀ ਕਾਨੂੰਨ ਬਾਰੇ ਆਪ ਸ਼ਬਦ ਨਹੀਂ ਯੂਜ਼ ਕਰਨੇ। ਮੈਂ ਤੁਹਾਨੂੰ ਖਬਰਦਾਰ ਕਰਦਾ, ਬਿਲਕੁਲ ਮਿਨਿਸਟਰ ਹੋ ਰਿਹਾ, ਤੁਸੀਂ ਗਲਤ ਬੋਲ ਰਹੇ ਹੋ। ਪੰਜਾਬ ਦੇ ਵਿੱਚ ਇੱਕ ਸੈਕਿੰਡ ਕਲੇਰ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਆ। ਖੜਿਆਲ ਜੀ ਥੋੜੇ ਟਾਈਮ ਦਿਓ, ਤੁਹਾਡੇ ਪੁਆਇੰਟ ਆ ਗਿਆ। ਮੈਂ ਉਸੇ ਪੁਆਇੰਟ ਦੇ ਉੱਤੇ ਆਉਣਾ ਸੀ ਕਿ ਇਸ ਤੋਂ ਬਾਅਦ ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ ਕੀ?